गुड मॉर्निंग स्टूडेंट्स। आई होप कि तुसी ठीक ठाक होवोगे। बिल्कुल ਤੁਹਾਡੀ ਵਾਲੀ ਸਾਈਡ ਤੋਂ ਮਿਊਟ ਲੱਗਿਆ ਹੋਇਆ ਹੈ, ठीक है, कोई अनम्यूट नहीं कर सकता। ਤੇ ਅੱਜ ਅਸੀਂ ਨਿਊ ਟੌਪਿਕ ਕੀ ਹੈ ਸਟਾਰਟ ਕਰਾਂਗੇ ਤੇ ਜਿਹੜੇ ਵੀ ਤੁਹਾਡੇ ਡਾਊਟਸ ਅਗਰ ਹੋਣਗੇ, ਅਗਰ ਵੈਸੇ ਤਾਂ ਕੋਈ ਦਿੱਕਤ ਆਉਣੀ ਨਹੀਂ ਹੈਗੀ ਕਿ ਕੁਝ ਨਾ ਸਮਝ ਲੱਗੇ, बट फिर भी अगर किसी स्टूडेंट ਨੂੰ ਕਿਸੇ ਵੀ ਜੋ ਮੈਂ ਟੌਪਿਕ ਕਰਵਾਉਂਗਾ ਉਹਦੇ ਵਿੱਚ ਕੋਈ ਪ੍ਰੋਬਲਮ ਹੈ ਹਨਾ, ਉਹ ਤਾਂ ਨਾਲ ਦੀ ਨਾਲ ਉਹ ਨੋਟ ਕਰ ਲਿਓ। ਲਾਸਟ ਦੇ ਵਿੱਚ ਜਦੋਂ ਆਪਣੇ ਕੋਲ ਟਾਈਮ ਬਚੂਗਾ ਤਾਂ ਆਪਾਂ ਉਦੋਂ ਕੀ ਹੈ ਤੁਹਾਡੇ ਡਾਊਟਸ ਕੀ ਹੈ ਲੈ ਲਾਂਗੇ, ਠੀਕ ਹੈ। ਨਹੀਂ ਆਪਾਂ ਜੋ ਨੈਕਸਟ ਕਲਾਸ ਹੋਊਗੀ ਉਹਦੇ ਵਿੱਚ ਅਸੀਂ ਇਸ ਵਾਲੇ ਜਿਹੜੇ ਕੀ ਹੈ ਲੈਕਚਰਸ ਦੇ ਜਿਹੜੇ ਡਾਊਟਸ ਆ ਉਹ ਕਲੀਅਰ ਕਰ ਲਾਂਗੇ, ਠੀਕ ਹੈ ਜੀ। ਤਾਂ आई होप कि सारे मेरा जी आवाज़ है बिल्कुल ठीक आ रही होगी। एक बार मैसेज करके मैंने दस दो भी आवाज़ वगैरह बिल्कुल ओके है। ओके ठीक है जी। हाँ जी, 3-4 स्टूडेंट्स की रिप्लाई कर दो जी। ओके 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 ठीक है जी, गुड। चलो सब तो पहले तो तुसी की है अपना जो पेपर है वो सारे की है तुहाडे हो चुके हैं, ठीक है। ਉਹਦੇ ਲਈ मैं ਤੁਹਾਨੂੰ कहूँगा कि बहुत ਵਧੀਆ ਤੁਸੀਂ ਉਹਦੇ ਵਿੱਚ एफर्ट्स ਕੀਤੇ है, बहुत अच्छे मार्क्स भी स्टूडेंट्स ਦੇ ਆਏ ਹੈ ਤੇ ਕਈ स्टूडेंट्स ਹੈਗੇ ਨੇ ਜਿਨ੍ਹਾਂ ਦੇ मार्क्स ਕਿਸੇ ਨਾ ਕਿਸੇ ਕਾਰਨ ਕਰਕੇ ਕਈ ਵਾਰ ਆਉਂਦਾ ਹੁੰਦਾ ਆਪਸ਼ਨ ਗਲਤ ਟਿਕ ਹੋ ਜਾਂਦੀ ਹੈ ਹਨਾ। ਕੋਈ ਵੀ ਕਾਰਨ ਰਿਹਾ ਹੋਊਗਾ ਜਿਹਦੇ ਕਰਕੇ ਮਾਰਕਸ ਕੀ ਹੈ ਜਿੰਨੇ ਕੱਟ ਗਏ ਉਹਨੇ ਨਹੀਂ ਕੱਟਣੇ ਚਾਹੀਦੇ ਸੀਗੇ, ਠੀਕ ਹੈ। ਇਹੋ ਜਿਹਾ ਕਈ ਸਟੂਡੈਂਟਸ ਨੂੰ ਲੱਗਦਾ ਹੁੰਦਾ ਹੈ, ਤਾਂ ਉਹ ਸਟੂਡੈਂਟਸ ਕੀ ਹੈ ਅਗਲੀ ਵਾਰ ਜਦੋਂ ਕੀ ਹੈ ਪੇਪਰ ਹੋਣਗੇ ਤਾਂ ਉਦੋਂ ਕੀ ਹੈ ਥੋੜੇ ਧਿਆਨ ਨਾਲ MCQs ਨੂੰ ਕੀ ਹੈ ਧਿਆਨ ਨਾਲ ਅਟੈਂਪਟ ਕਰੋ ਤਾਂ ਕਿ ਤੁਹਾਡੇ ਕੀ ਹੈ ਜੋ ਮਾਰਕਸ ਉਹ ਨਾ ਕੱਟੇ ਜਾਣ, ਠੀਕ ਹੈ, ਤੇ ਤੁਹਾਨੂੰ ਬਾਅਦ ਦੇ ਵਿੱਚ ਅਫਸੋਸ ਨਾ ਹੋਵੇ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਕਿ ਜਿਹੜਾ ਆਪਣਾ ਲਾਸਟ ਟਾਈਮ ਪੇਪਰ ਹੋਇਆ ਸੀਗਾ ਫਿਜ਼ਿਕਸ ਦਾ, ਤੇ ਉਹਦੇ ਵਿੱਚ ਨਾ ਇੱਕ ਕੁਐਸਚਨ ਸੀਗਾ 1/2 ਓਮ ਵਾਲੇ 4 ਰੈਜ਼ਿਸਟੈਂਸ ਸੀਗੇ ਤੇ ਉਹਦੇ ਵਿੱਚ ਆਪਾਂ ਨੂੰ ਪੁੱਛਿਆ ਸੀ ਮੈਕਸਿਮਮ ਰੈਜ਼ਿਸਟੈਂਸ ਕਿੰਨਾ ਬਣੂਗਾ, ਠੀਕ ਹੈ। ਮੋਸਟਲੀ ਉਹ ਬੱਚਿਆਂ ਦਾ ਆਨਸਰ ਠੀਕ ਸੀਗਾ ਜੀ। ਉਹ ਮੇਰੀ ਹੀ ਗਲਤ ਸੀਗੀ, ਆਨਸਰ ਕੀ ਹੈ ਮੈਂ ਗਲਤ ਉਹਦੇ ਵਿੱਚ ਟਿਕ ਕੀਤਾ ਹੋਇਆ ਸੀਗਾ, ਬਾਈ ਚਾਂਸ ਗਲਤ ਹੋ ਗਿਆ ਉਹ। ਤਾਂ ਉਹ ਮੈਕਸਿਮਮ ਹੁੰਦਾ ਸੀਰੀਜ਼ 'ਚ 1/2 + 1/2 + 1/2 + 1/2 4 ਸੀ ਨਾ। ਤਾਂ 1/2 ਜਦੋਂ ਇਹਨੂੰ ਸੋਲਵ ਕਰਾਂਗੇ 2 ਉੱਪਰ ਕਿੰਨਾ ਆਊਗਾ 4, ਤਾਂ ਆਨਸਰ ਆਊਗਾ 2। मैं ऑप्शन दे विच आंसर ठीक करवाता बट कि मार्क्स नहीं अजे ऐड होए हैगे, ठीक है, क्योंकि गूगल फॉर्म दे विच मार्क्स नहीं ऐड होंदे। तो जिहड़े भी स्टूडेंट्स जिन्हां ने 2 ओम उस न्यूमेरिकल दा आंसर टिक कीता सीगा वो तुहाडे जिन्ने भी मार्क्स आए ने, सपोज किसी दे अगर 92 आए ने तो ਉਹਦੇ ਵਿੱਚ 2 ਤੁਸੀਂ ਮਾਰਕਸ ਕੀ ਐਡ ਕਰ ਲਿਓ। ਮੇਰੇ ਕੋਲ ਰਿਕਾਰਡ ਹੈ 92 ਵਾਲਾ, ਠੀਕ ਹੈ, ਤੇ ਤੁਹਾਡੇ ਆਨਸਰਸ ਦੇ ਵੀ ਰਿਕਾਰਡ ਹੈਗੇ ਨੇ, ਮੈਂ ਦੇਖ ਲੂੰਗਾ। ਦੈਟ ਮੀਨਸ ਤੁਹਾਡੇ ਮਾਰਕਸ ਹੋ ਜਾਣਗੇ 94। ਅਗਰ ਕਿਸੇ ਦੇ 94 ਨੇ तो अपने वालों की 2 मार्क्स की ऐड कर लो तो ਤੁਹਾਡੇ ਕੀ 96 जिन्ने भी मतलब ਤੁਹਾਡੇ ਹੈਗੇ ਨੇ ਜਿਨ੍ਹਾਂ ਨੇ ਉਸ ਨਿਊਮੈਰੀਕਲ ਦੀ ਰੈਜ਼ਿਸਟੈਂਸ ਦੇ ਕੰਬੀਨੇਸ਼ਨ ਦੇ ਨਿਊਮੈਰੀਕਲਸ ਦੇ ਵਿੱਚ 2 ਓਮ ਆਨਸਰ ਟਿਕ ਕੀਤਾ ਹੈ, ਠੀਕ ਹੈ, ਇਹ ਰਾਈਟ ਆਨਸਰ ਹੈ। ਉਹ ਆਪਣੇ 2 ਨੰਬਰ ਹੈ ਜਿਹੜੇ ਉਹ ਇਨਕਰੀਜ਼ ਕਰ ਲੈ, ਠੀਕ ਹੈ ਜੀ। ਤਾਂ ਲਾਸਟ ਟਾਈਮ ਤੁਹਾਡੇ ਯਾਦ ਹੋਵੇ ਅਸੀਂ ਰਿਫਲੈਕਸ਼ਨ ਚੈਪਟਰ ਕੰਪਲੀਟ ਕਰ ਲਿਆ ਸੀਗਾ। ਅੱਜ ਜਿਹੜਾ ਆਪਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਉਹ ਬੇਸਿਕਲੀ ਨਿਊ ਚੈਪਟਰ ਨਹੀਂ ਕਹਿ ਸਕਦੇ ਆਪਾਂ, ਨਿਊ ਟੌਪਿਕ ਹੈ। चैप्टर वही है लाइट रिफ्लेक्शन एंड रिफ्लेक्शन, मतलब सेकंड पार्ट ਅਸੀਂ स्टार्ट ਕਰਨ ਜਾ ਰਹੇ ਹਾਂ, which is very very important। रिफ्रैक्शन 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 की है बच्चे? हाँ जी, अगर बच्चे किसी को कोई नेटवर्क की प्रॉब्लम आ रही है दोबारा ज्वाइन हो जाओ, मैं दोबारा ज्वाइन कर लूँगा, कोई दिक्कत नहीं। बाकी रिकॉर्डिंग भी हो रही है, तुम रिकॉर्डेड लैक्चर भी सुन सकते हो। रिफ्रैक्शन देखो ध्यान ना सुनो, पहला ਅਸੀਂ पढ़ा सी रिफ्लैक्शन। रिफ्लैक्शन रिफ्लैक्शन ਦਾ ਵਿੱਚ ਕੀ ਸੀਗਾ ਕਿ ਲਾਈਟ ਕਿਸੇ ਵੀ ਰਿਫਲੈਕਟਿੰਗ ਸਰਫੇਸ ਤੇ ਫਾਲ ਕਰਦੀ ਸੀ। ਲਾਈਟ ਆਪਾਂ ਨੂੰ ਪਤਾ ਸਟ੍ਰੇਟ ਲਾਈਨ 'ਚ ਟਰੈਵਲ ਕਰਦੀ ਹੈ, ਤਾਂ ਲਾਈਟ ਕਿਸੇ ਰਿਫਲੈਕਟਿੰਗ ਸਰਫੇਸ ਤੇ ਜਦੋਂ ਇਨਸੀਡੈਂਟ ਹੁੰਦੀ ਸੀ ਤਾਂ ਅਸੀਂ ਉਸ ਸਰਫੇਸ ਤੇ ਨਾਰਮਲ ਡਰਾ ਕਰਦੇ ਸੀ, ਐਂਗਲ ਆਫ ਇਨਸੀਡੈਂਸ, ਤੇ ਰੇ ਆਫ ਲਾਈਟ ਉਸੇ ਮੀਡੀਅਮ ਦੇ ਵਿੱਚ ਕੀ ਹੋ ਜਾਂਦੀ ਸੀ ਔਰ ਰਿਫਲੈਕਟ ਹੋ ਜਾਂਦੀ ਸੀ। ਮਤਲਬ ਜੇ 에ਅਰ ਹੈ ਤਾਂ 에ਅਰ ਦੇ ਵਿੱਚ ਹੀ ਵਾਪਸ ਚਲੀ ਜਾਣੀ, ਜੇ ਮੰਨ ਲਓ ਵਾਟਰ ਤੋਂ ਆਈ ਵਾਟਰ 'ਚ ਹੀ ਚੱਲ ਜਾਣੀ, ਮਤਲਬ ਅਗਰ ਗਲਾਸ ਤੋਂ ਆਈ ਤਾਂ ਗਲਾਸ 'ਚ ਹੀ ਵਾਪਸ ਚੱਲ ਜਾਣਾ, ਠੀਕ ਹੈ। ਮਤਲਬ ਸੇਮ ਮੀਡੀਅਮ ਦੇ ਵਿੱਚ ਲਾਈਟ ਦਾ ਪਾਥ ਚੇਂਜ ਹੁੰਦਾ ਸੀ। ਰਿਫਰੈਕਸ਼ਨ ਦਾ ਮਤਲਬ ਕੀ ਹੈ ਕਿ ਲਾਈਟ ਇੱਕ ਮੀਡੀਅਮ ਤੋਂ
दूसरे मीडियम ਦੇ ਵਿੱਚ ਐਂਟਰ ਹੋਊਗੀ ਤੇ ਜਦੋਂ ਲਾਈਟ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਐਂਟਰ ਹੁੰਦੀ ਹੈ ਨਾ ਤਾਂ ਉਸ ਟਾਈਮ ਬੱਚੇ ਜੋ ਲਾਈਟ ਦਾ ਜਿਹੜਾ ਪਾਥ ਹੈ ਉਹ ਚੇਂਜ ਹੋ ਜਾਂਦਾ ਹੈ ਤੇ ਲਾਈਟ ਦੇ ਪਾਥ ਦੇ ਚੇਂਜ ਹੋਣ ਨੂੰ ਅਸੀਂ ਕੀ ਬੋਲਦੇ ਹਾਂ ਇਸੇ ਨੂੰ ਅਸੀਂ ਬੋਲਦੇ ਹਾਂ ਰੀਫ੍ਰੈਕਸ਼ਨ ਆਫ ਲਾਈਟ ਰੀਫ੍ਰੈਕਸ਼ਨ ਆਫ ਲਾਈਟ ਜਿਵੇਂ ਤੁਸੀਂ ਨਾ ਦੇਖਿਆ ਹੋਊਗਾ ਕਿ ਅਗਰ ਮੰਨ ਲਓ ਤੁਹਾਡੇ ਕੋਲੇ ਕੀ ਇੱਕ ਮੰਨ ਲਓ ਕੰਚ ਦਾ ਗਲਾਸ ਹੈ ਨਾ ਆ ਮੰਨ ਲਓ ਕਿ ਇਹ ਕੰਚ ਦਾ ਗਲਾਸ ਹੈ ਤੁਹਾਡੇ ਕੋਲੇ ठीक है ਤੇ ਤੁਸੀਂ ਇਹਦੇ ਵਿੱਚ ਨਾ ਕੋਈ ਪੈਨਸਲ ਮੰਨ ਲਓ ਇਹਦੇ ਵਿੱਚ ਨਾ ਵਾਟਰ ਵਗੈਰਾ ਫਿਲ ਕਰ ਦਿਓ ਤੁਸੀਂ ਘਰੇ ਇਹ ਐਕਟੀਵਿਟੀ ਪਰਫਾਰਮ ਕਰਕੇ ਦੇਖ ਸਕਦੇ ਹੋ ਬਹੁਤ ਵਾਰੀ ਤੁਸੀਂ ਦੇਖੀ ਵੀ ਹੋਗੀ ਬਟ ਤੁਸੀਂ ਸੋਚਿਆ ਨਹੀਂ ਹੋਣਾ ਵੀ ਇਹ ਐਵੇਂ ਕਿਉਂ ਹੁੰਦਾ ਹੈ ਮੰਨ ਲਓ ਇਹਦੇ ਵਿੱਚ ਕੀ ਹੈ ਵਾਟਰ ਹੈ ਠੀਕ ਹੈ ਵਾਟਰ ਜਾਂ ਕੋਈ ਵੀ ਤੁਸੀਂ ਆਇਲ ਵਗੈਰਾ ਇਹਦੇ ਵਿੱਚ ਕੀ ਹੈ ਫਿਲ ਕਰ ਸਕਦੇ ਹੋ ਤਾਂ ਇਹਦੇ ਵਿੱਚ ਕੀ ਹੈ ਬੱਚੇ ਅਗਰ ਤੁਸੀਂ ਕੋਈ ਪੈਨਸਲ ਜਾਂ ਪੈਨ ਵਗੈਰਾ ਤੁਸੀਂ ਪਲੇਸ ਕਰੋਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹਨਾ ਮਤਲਬ ਇਸ ਤਰੀਕੇ ਨਾਲ ਕੋਈ ਤੁਹਾਡੇ ਕੋਲ ਪੈਨ ਜਾਂ ਪੈਨਸਲ ਸੀ ਹਨਾ ਤਾਂ ਉਹ ਤੁਹਾਨੂੰ ਨਾ ਇਦਾਂ ਨਹੀਂ ਦਿਖਦੀ ਉਹ ਤੁਹਾਨੂੰ ਕੁਝ ਇਦਾਂ ਦਿਖੂਗੀ ਮਤਲਬ ਲਾਈਕ ਦਿਸ ਉਹ ਕੁਝ ਇਦਾਂ ਦਿਖੂਗੀ ਮਤਲਬ ਤੁਹਾਨੂੰ ਇਹ ਲੱਗੂਗਾ ਵੀ ਜਿਹੜੀ ਤੁਹਾਡੀ ਪੈਨਸਲ ਹੈ ਨਾ ਜਿਹੜਾ ਪੈਨ ਹੈ ਉਹ ਟੁੱਟਿਆ ਹੋਇਆ ਹੈ ਹੋਣਾ ਤਾਂ ਬਿਲਕੁਲ ਸਟ੍ਰੇਟ ਚਾਹੀਦਾ ਸੀ ਬਟ ਵਾਟਰ ਦੇ ਇਨਸਾਈਡ ਉਹ ਥੋੜਾ ਜਿਹਾ ਬੈਂਡ ਹੋਇਆ ਮਿਲੂਗਾ ਸਾਨੂੰ ਤੁਸੀਂ ਇਹ ਐਕਟੀਵਿਟੀ ਪਰਫਾਰਮ ਕਰਕੇ ਦੇਖ ਸਕਦੇ ਹੋ ਕੰਡੀਸ਼ਨ ਇਹ ਹੈ ਵੀ ਇਹਨੂੰ ਸਾਈਡ ਤੋਂ ਦੇਖਣਾ ਗਲਾਸ ਭਰਨਾ ਪਾਣੀ ਦਾ ਹਾਫ ਗਲਾਸ ਕੀ ਹੈ ਤੁਸੀਂ ਜਿਹੜਾ ਕੀ ਹੈ ਪਾਣੀ ਦਾ ਕੀ ਹੈ ਫਿਲ ਕਰ ਲਿਓ ਤੇ ਫਿਰ ਤੁਸੀਂ ਇਹਨੂੰ ਕੀ ਐਕਟੀਵਿਟੀ ਨੂੰ ਪਰਫਾਰਮ ਕਰਕੇ ਦੇਖਿਓ ਤੁਸੀਂ ਦੇਖ ਸਕਦੇ ਹੋ ਵੀ ਇਹ ਕੀ ਹੈ ਜਿਹੜਾ ਪੈਨ ਹੈ ਤੁਹਾਨੂੰ ਇਹ ਇਦਾਂ ਲੱਗੂਗਾ ਵੀ ਜਿਵੇਂ ਬ੍ਰੇਕ ਹੋ ਗਿਆ ਹਨਾ ਇਹ ਕਿਉਂ ਹੁੰਦਾ ਹੈ ਬਿਕੋਜ਼ ਆਫ ਰੀਫ੍ਰੈਕਸ਼ਨ ਇਹ ਸਾਰਾ ਕੁਝ ਰੀਫ੍ਰੈਕਸ਼ਨ ਕਰਕੇ ਹੁੰਦਾ ਹੈ ਤਾਂ ਪਹਿਲਾਂ ਅਸੀਂ ਰੀਫ੍ਰੈਕਸ਼ਨ ਸਮਝਾਂਗੇ ਵੀ ਐਕਚੁਅਲ ਜੀ ਹੁੰਦਾ ਕੀ ਹੈ ਫਿਰ ਇਹਦੇ ਕਨਸੈਪਟ ਸਾਨੂੰ ਕੀ ਕਲੀਅਰ ਹੋਣਾ ਸਟਾਰਟ ਹੋਣਗੇ ਤਾਂ ਰੀਫ੍ਰੈਕਸ਼ਨ ਬੱਚੇ ਕੀ ਹੈ it is the phenomena of light when a light incident then ਤੁਸੀਂ ਇਹ ਲਿਖ ਸਕਦੇ ਹੋ it is a phenomena of light when a light passes from one medium to another medium it is a phenomena of light the phenomena when a light passes from one medium to another medium it change its path तो अपने पाथ ਨੂੰ ਕੀ ਹੈ ਚੇਂਜ ਕਰ ਲੈਂਦੀ तो अपने पाथ ਨੂੰ ਕੀ ਕਰ ਲੈਂਦੀ ਹੈ ਚੇਂਜ ਕਰ ਲੈਂਦੀ ਹੈ ਇਸ ਨੂੰ ਅਸੀਂ ਕੀ ਬੋਲਦੇ ਹਾਂ ਰੀਫ੍ਰੈਕਸ਼ਨ ठीक है when a light passes from one medium to another medium it changes its path called refraction of light ठीक है जी एक ना वर्ड इत्थे तुसी होर ऐड कर सकते हो जिहना डेफिनेशन होर भी अच्छी बन जूगी व्हेन अ लाइट पासिस चलो मैं दोबारा लिखदा एक डेफिनेशन होर हेलो हाँ जी सॉरी बच्चे थोड़ी ना इधर ना जिथे मैं इस टाइम की है बैठा ना इत्थे नेटवर्क की थोड़ी जी प्रॉब्लम है ठीक है कि मैं थोड़ा बाहर हैं जी इस टाइम किते चलो मैं एक डेफिनेशन होर लिख रहा ठीक है refraction of light दी another definition refraction of light की लिख सकते हो it is a phenomena in which a ray of light changes its path when
when passes through one medium to another obliquely ये वर्ड काफी इंपॉर्टेंट है obliquely obliquely वर्ड का जिहड़ा मतलब हुंदा है बच्चे बहुत लेट ऐड हो रहे हैं obliquely दा वर्ड का मतलब हुंदा बच्चे कि ना तो पैरेलल होना ना तो पैरेलल होना ठीक है ते ना नॉर्मली मतलब obliquely ਦਾ मतलब ਹੁੰਦਾ है कि ਜਦੋਂ ਲਾਈਟ ਨੂੰ ਅਸੀਂ ਕਿਸੇ ਇਨਕਲਾਈਨਡ ਜਾਂ मतलब ਤੁਸੀਂ ਕਹਿ ਸਕਦੇ ਹੋ ਕਿਸੇ ਨਾ ਕਿਸੇ ਐਂਗਲ ਤੇ ਐਟ ਐਨ ਐਂਗਲ ਤੇ ਕਿਸੇ ਸਰਫੇਸ ਤੇ ਫਾਲ ਕਰਾਉਂਗੇ ਤੇ ਉਹ ਐਂਗਲ ਨਾ ਤਾਂ 90 ਡਿਗਰੀ ਦਾ ਹੋਣਾ ਚਾਹੀਦਾ ਨਾ ਹੀ ਉਹ 0 ਡਿਗਰੀ ਦਾ ਹੋਣਾ ਚਾਹੀਦਾ ਬਾਕੀ ਇਹਨਾਂ ਦੇ ਵਿਚਕਾਰ ਕਿਸੇ ਵੀ ਐਂਗਲ ਤੇ ਜਦੋਂ ਤੁਸੀਂ ਰੇ ਆਫ ਲਾਈਟ ਨੂੰ ਕੀ ਹੈ ਫਾਲ ਕਰਾਉਂਦੇ ਹੋ ਤਾਂ ਲਾਈਟ ਆਪਣਾ ਪਾਥ ਕੀ ਹੈ ਚੇਂਜ ਕਰਨਾ ठीक है जी इस फिनोमिना ਨੂੰ ਅਸੀਂ ਕੀ ਬੋਲਦੇ ਹਾਂ ਰਿਫਰੈਕਸ਼ਨ ਆਫ ਲਾਈਟ ਸਾਰੇ ਟੌਪਿਕ ਨੂੰ ਧਿਆਨ ਨਾਲ ਸੁਣੀ ਚੱਲਿਓ ਹਰ ਇੱਕ ਗੱਲ ਦਾ ਮੈਨੂੰ ਪਤਾ ਵੀ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਕੀ ਹੈ ਕੁਐਸਚਨਸ ਰੇਜ਼ ਹੋ ਰਹੇ ਹੋਣੇ ਆ ਠੀਕ ਹੈ ਉਹਨਾਂ ਤੋਂ ਤੁਹਾਨੂੰ ਆਨਸਰ ਮਿਲੂਗਾ ਠੀਕ ਹੈ ਲੈਕਚਰ ਨੂੰ ਕੰਟੀਨਿਊ ਕੀਏ ਤੁਸੀਂ ਸੁਣਦੇ ਚੱਲੋ ਓਕੇ ਹੁਣ ਦੇਖੋ ਇਹਦੇ ਵਿੱਚ ਬੱਚੇ ਕੀ ਕੁਝ ਹੁੰਦਾ ਹੈ ਦੇਖੋ ਸਿਰਫ ਆਪਾਂ ਡੈਫੀਨੇਸ਼ਨ ਤੁਹਾਨੂੰ ਮੈਂ ਹਜੇ ਦੱਸੀ ਹੈਗੀ ਮੈਂ ਹੁਣ ਤੁਹਾਨੂੰ ਥੋੜੀ ਜਿਹੀ ਦੀ ਰਿਪਰੈਜ਼ੈਂਟੇਸ਼ਨ ਦੱਸਦਾ ये हैगी ऊपर है ये एयर ठीक है ते जिहड़ा अपने कोले ये बीकर है ठीक है बीकर कह लो कोई कंटेनर कह लो जो भी तुहानू ठीक लगदा तुसीं कह सकते हो ਇਹਦੇ ਵਿੱਚ कोई वाटर फिल है ठीक है वाटर जरूरी नहीं बच्चे कला वाटर ही होवे कोई भी मतलब दो मीडियम ना अलग अलग होने चाहिए बस ये ध्यान रखो अगर तुसीं रिफ्रैक्शन देखना चाहुंदे हो तो ਉਹਦੇ ਲਈ ਤੁਹਾਡੇ ਕੋਲੇ दो मीडियम अलग अलग होने चाहिए मतलब ਇਹਦੇ ਵਿੱਚ ਕੀ है वाटर ले सकते हो ऑयल ले सकते हो कोई गिलास मतलब कंच दी मतलब यानी कि तुसी कोई गिलास ले सकते हो मतलब सॉलिड हो गया है ना वो तुसी यूज कर सकते हो सिमिलरली फिर ये सेकंड केस ये फर्स्ट केस है ये सेकंड केस मेथड बना रहे हैं ठीक है ਇਹਦੇ ਵਿੱਚ ਵੀ ਇੱਥੇ 에ਅਰ ਹੈ ਤੇ ਇਸ ਦੇ ਅੰਦਰ ਹੈਗਾ ਵਾਟਰ ਜਿਹੜੇ ਵੀ ਤੁਹਾਡੇ ਕੁਐਸਚਨਸ ਹੋਣਗੇ ਇਹਨਾਂ ਨੂੰ ਨੋਟ ਕਰ ਲਿਓ ਜਿਹੜੇ ਦਿਮਾਗ ਦੇ ਵਿੱਚ ਕੁਐਸਚਨਸ ਆ ਰਹੇ ਹੋਏ ਠੀਕ ਹੈ ਤਾਂ ਜਿਹੜਾ ਨੈਕਸਟ ਲੈਕਚਰ ਆਪਣਾ ਹੋਊਗਾ ਉਹਦੇ ਵਿੱਚ ਤੁਸੀਂ ਮੈਨੂੰ ਪਹਿਲਾਂ ਕੁਐਸਚਨਸ ਪੁੱਛਣੇ ਆ ਵੀ ਸਰ ਇਹਦਾ ਆਨਸਰ ਦਿਓ फिर आप अगला टॉपिक स्टार्ट करें क्योंकि सिलेबस नहीं अपना ज्यादा है फिर ये साडे कोले वाटर ठीक है जी ते सारे नॉर्मल ड्रॉ करना आउंदा ठीक है मैं नॉर्मल भी ड्रॉ कर देना इस सरफेस ते ਅਸੀਂ ਆ नॉर्मल इतना दिखा देना दिस इज अ नॉर्मल ਇੱਥੇ ਵੀ ਮੈਂ ਦਿਖਾ ਦਿੰਦਾ दिस इज अ नॉर्मल ਕੀ ਹੁੰਦਾ ਸੀ ਜਿਹੜਾ ਕਿਸੇ ਵੀ ਸਰਫੇਸ ਦੇ ਨਾਲ 90 ਡਿਗਰੀ ਦਾ ਐਂਗਲ ਬਣਾਉਂਦਾ ਹੈ ਇਹ 90 ਡਿਗਰੀ ਦਾ ਐਂਗਲ ਬਣਦਾ ਹੈ ठीक है सिमिलरली तुसीं इत्थे भी देख सकते हो ये भी 90 डिग्री दा एंगल बनदा है तां इहनूं n ਨੂੰ मैं लिख देना n रिप्रेजेंट नॉर्मल ठीक है जी तो पहला जिहड़ा फर्स्ट केस है इहदे विच बच्चे की है व्हेन लाइट passes from air to water मैं तुहानूं ना जो प्रैक्टिकली मतलब जी मैं तुहानूं एग्जांपल दी सी पेंसिल टुटन वाली है ना वो एग्जांपल नूं लैके तुहानूं डेमोनस्ट्रेशन दे रहे हैं ये चीज़ां हो क्यों रही ने इहदे बारे नहीं हजे आपां कोई गल कीती करनी है करांगे पहलां असीं ये देखदे भी सानूं एक्चुअल जिहड़ी चीज़ां दी स्टडी करन जा रहे हैं वो सानूं दिखदा की है फिर इहनूं आपां स्टडी करांगे भी इवें क्यों हुंदा वो क्वेश्चन बाद दे विच आऊ ठीक है तां सपोज करो कि इत्थों जिहड़ी रे ऑफ लाइट इदां ओब्लिकली दा वर्ड ध्यान रखियो ओब्लिक आ देखो किसी एंगल पे इस तरीके ना तो सरफेस तो पैरेलल होनी चाहिए है ना सरफेस तो ना मतलब ना तो नॉर्मली होनी चाहिए है ऊपरों बिल्कुल स्ट्रेट ना इदा होनी चाहिए है ਇਹਦੇ इन बिटवीन किते भी अगर तुसी इंसीडेंट रे ऑफ लाइट ਨੂੰ इंसीडेंट कराओगे
ਤਾਂ ਪੱਕਾ ਰਿਫਰੈਕਸ਼ਨ ਤੁਹਾਨੂੰ ਦੇਖਣ ਨੂੰ ਮਿਲੂਗੀ। ਰਿਫਰੈਕਸ਼ਨ ਦਾ ਮਤਲਬ ਕੀ ਹੈ? ਲਾਈਟ ਦੇ ਪਾਥ ਦਾ ਚੇਂਜ ਹੋ ਜਾਣਾ, ਉਹਨੂੰ ਰਿਫਰੈਕਸ਼ਨ ਅਸੀਂ ਬੋਲਦੇ। ਅੱਛਾ, ਜਿਹੜੇ ਆਪਣੇ ਨਾਮ ਨਾ ਮਤਲਬ ਜਾਨੀ ਕਿ ਆਪਣੇ ਨਾਮ ਤੋਂ ਲਿਖਦੇ, ਜਿਵੇਂ ਹੁਣ Z61 ਵਾਲਾ ਕੋਈ ਸਟੂਡੈਂਟ ਹੈ ਐਡ ਹੋ ਰਿਹਾ, ਤਾਂ ਪਲੀਜ਼ ਜੋ ਵੀ ਇਹ ਹੈਗਾ ਇਹਨੂੰ ਕਹਿ ਦਿਓ ਜੀ ਕਿ ਇੱਦਾਂ ਮੈਂ ਕਿਸੇ ਨੂੰ ਅਲਾਉ ਨਹੀਂ ਕਰੂੰਗਾ, ਆਪਣੇ ਨਾਮ ਤੁਹਾਡਾ ਕੀ ਹੈ ਹੋਣਾ ਚਾਹੀਦਾ, ਫਿਰ ਹੀ ਮੈਂ ਉਹਨੂੰ ਐਡ ਕਰੂੰਗਾ। ਤਾਂ ਇਹਦੇ ਵਿੱਚ ਬੱਚੇ ਇੱਦਾਂ ਕਿ ਇੱਕ ਰੇ ਆਫ ਲਾਈਟ ਆਈ, ਇਸ ਰੇ ਨੂੰ ਅਸੀਂ ਕੀ ਬੋਲਣਾ ਹੈ? ਇਨਸੀਡੈਂਟ ਰੇ। ਕਿੱਥੋਂ ਆ ਰਹੀ ਹੈ ਇਹ 에ਅਰ ਤੋਂ ਆ ਰਹੀ ਹੈ, ਇਨਸੀਡੈਂਟ ਰੇ। ਠੀਕ ਹੈ, ਜਿਹੜੇ ਸਰਫੇਸ ਤੇ ਜਾ ਕੇ ਸਟ੍ਰਾਈਕ ਕਰਦੀ ਹੈ ਉਹਨੂੰ ਬੋਲਦੇ ਆ ਇੰਟਰਫੇਸ। ਮਤਲਬ ਇਹਨੂੰ ਇੰਟਰਫੇਸ ਬੋਲਦੇ ਆ। ਮਤਲਬ 에ਅਰ ਤੇ ਵਾਟਰ ਦੇ ਵਿੱਚ ਜਿਹੜੀ ਇੱਕ ਲੇਅਰ ਹੈ, ਜਿਹੜੀ ਇਹਨਾਂ ਨੂੰ ਦੋਨੋਂ ਨੂੰ ਮਤਲਬ ਡਿਫਰੈਂਸ਼ੀਏਟ ਕਰਦੀ ਹੈ, ਜਿਹੜੀ ਇਹਨਾਂ ਨੂੰ ਸੈਪਰੇਟ ਰੱਖ ਰਹੀ ਹੈ, ਉਹਨੂੰ ਅਸੀਂ ਇੰਟਰਫੇਸ ਬੋਲਦੇ ਹਾਂ। ਤੇ ਜਦੋਂ ਇਹ ਰੇ ਆਫ ਲਾਈਟ ਜਾਊਗੀ ਨਾ, ਦੇਖੋ ਇਹਨੇ ਜਾਣਾ ਤਾਂ ਬਿਲਕੁਲ ਸਟ੍ਰੇਟ ਸੀਗਾ, ਕਿ ਅਸੀਂ ਪੜਿਆ ਵੀ ਜਿਹੜੀ ਲਾਈਟ ਹੈ ਉਹ ਸਟ੍ਰੇਟ ਲਾਈਨ ਟਰੈਵਲ ਕਰਦੀ ਹੈ, ਇਹਨੇ ਜਾਣਾ ਤਾਂ ਇਦਾਂ ਸੀਗਾ। ਬਟ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰੇ ਆਫ ਲਾਈਟ ਇਦਾਂ ਨਾ ਜਾ ਕੇ ਇਹ ਕੁਝ ਇਦਾਂ ਹੋ ਜਾਂਦੀ ਹੈ। ਇਹਦਾ ਪਾਥ ਕੀ ਹੋ ਗਿਆ? ਚੇਂਜ ਹੋ ਗਿਆ। ਇਸ ਰੇ ਆਫ ਲਾਈਟ ਨੂੰ ਅਸੀਂ ਕੀ ਬੋਲਦੇ ਹਾਂ? ਰਿਫਰੈਕਟਿਡ ਰੇ। ਰਿਫਰੈਕਟਿਡ ਰੇ। ਧਿਆਨ ਨਾਲ ਲਿਖਿਓ, ਬੱਚੇ ਕਈ ਨਾ ਰਿਫਲੈਕਸ਼ਨ ਲਿਖ ਦਿੰਦੇ ਨੇ, ਇੱਥੇ ਰਿਫਲੈਕਟਿਡ ਰੇ ਨਹੀਂ, ਰਿਫਰੈਕਟ। ਮੀਡੀਅਮ ਚੇਂਜ ਹੋ ਗਿਆ ਤਾਂ ਰਿਫਰੈਕਸ਼ਨ ਹੈ। ਠੀਕ ਹੈ, ਅੱਛਾ। ਇਨਸੀਡੈਂਟ ਰੇ ਦਾ ਜਿਹੜਾ ਐਂਗਲ ਬਣੂਗਾ ਨਾਰਮਲ ਦੇ ਨਾਲ, ਉਹ ਸੇਮ ਉਹੀ ਇਨਸੀਡੈਂਟ ਐਂਗਲ, ਇਨਸੀਡੈਂਟ ਐਂਗਲ। ਤੇ ਜਿਹੜਾ ਰਿਫਰੈਕਟਿਡ ਰੇ ਦਾ ਜਿਹੜਾ ਬਣੂਗਾ, ਇਹ ਹੁੰਦਾ ਹੈ ਰਿਫਰੈਕਸ਼ਨ ਐਂਗਲ, ਦਾ ਐਂਗਲ ਆਫ ਰਿਫਰੈਕਸ਼ਨ, ਐਂਗਲ ਆਫ ਰਿਫਰੈਕਸ਼ਨ। ਇਹ ਡੈਮੋਨਸਟ੍ਰੇਸ਼ਨ ਅਸੀਂ ਇਹ ਸਿੱਖਿਆ ਹੈਗਾ ਕਿ ਅਗਰ ਤੁਹਾਡੇ ਕੋਲ ਇੱਕ ਟਾਰਚ ਹੈ, ਟਾਰਚ ਤੋਂ ਤੁਸੀਂ ਇੱਕ ਸਟ੍ਰੇਟ ਲਾਈਨ ਬੀਮ ਬਣਾ ਦਿਓ। ਠੀਕ ਹੈ, ਮਤਲਬ ਟਾਰਚ ਤੁਸੀਂ 에ਅਰ 'ਚ ਰੱਖੀ ਹੋਈ ਹੈ, ਠੀਕ ਹੈ, ਤੇ ਉਹਦੀ ਲਾਈਟ ਤੁਸੀਂ ਵਾਟਰ 'ਚ ਕੀ ਹੈ? ਫਾਲ ਕਰਾਉਣੀ ਹੈ ਕਿਸੇ ਐਂਗਲ ਤੇ, ਓਬਲੀਕਲੀ।
हेलो हाँ जी हाँ जी हाँ जी, सॉरी सॉरी सॉरी। ਅੱਜ ਬੱਚੇ ਪਤਾ ਕੀ ਮੈਂ ਬੈਠਾ ਹੀ ਇਸ ਜਗ੍ਹਾ ਤੇ ਜੀ, ਮਤਲਬ ਜਿੱਥੇ ਕੀ ਹੈ ਨਾ ਥੋੜੀ ਜਿਹੀ ਰੇਂਜ ਦੀ ਪ੍ਰੋਬਲਮ ਹੈ, ਇਸੇ ਕਰਕੇ ਕੀ ਦਿੱਕਤ ਆ ਰਹੀ ਹੈਗੀ। ਕੋਈ ਗੱਲ ਨਹੀਂ, ਤੁਹਾਨੂੰ ਰਿਕਾਰਡਡ ਲੈਕਚਰ ਮਿਲੂਗਾ, ਦੁਬਾਰਾ ਉਹਨੂੰ ਸੁਣ ਲਿਓ। ਫਿਰ ਵੀ ਅਗਰ ਕੋਈ ਦਿੱਕਤ ਆਈ ਨਾ, ਮੈਂ ਦੁਬਾਰਾ ਕੀ ਹੈ ਨੈਕਸਟ ਕਲਾਸ ਦੁਬਾਰਾ ਲਗਾ ਦੂੰਗਾ, ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ। ਤਾਂ ਇਹ ਰੇ ਆਫ ਲਾਈਟ ਨੇ ਵਿੱਚ ਬੱਚੇ ਬਿਲਕੁਲ ਜਾਣਾ ਸੀ ਸਟ੍ਰੇਟ, ਬਟ ਇਹ ਸਟ੍ਰੇਟ ਨਾ ਜਾ ਕੇ ਬੈਂਡ ਹੋ ਜਾਂਦੀ ਹੈ ਅਵੇ ਫਰੋਮ ਦਾ ਨਾਰਮਲ। ਤਾਂ ਜਿਹੜਾ ਆ ਐਂਗਲ ਬਣੂਗਾ, ਇਹ ਐਂਗਲ ਬਣਦਾ ਐਂਗਲ ਆਫ ਰੀਫ੍ਰੈਕਸ਼ਨ। ਇਹ ਕਿਹੜੀ ਰੇ ਹੈ? ਇਹ ਰੀਫ੍ਰੈਕਟਡ ਰੇ ਹੈ, ਰੀਫ੍ਰੈਕਟਡ ਰੇ। ਇਹ ਕੀ ਹੈ? ਇਹ ਹੈਗਾ ਐਂਗਲ ਆਫ ਰੀਫ੍ਰੈਕਸ਼ਨ, ਐਂਗਲ ਆਫ ਰੀਫ੍ਰੈਕਸ਼ਨ। ਇਹ ਕੀ ਹੈ? ਇਹ ਹੈਗਾ ਐਂਗਲ ਆਫ ਇਨਸੀਡੈਂਸ, ਇਨਸੀਡੈਂਸ। ਤਾਂ ਇਹ ਅਸੀਂ ਪ੍ਰੈਕਟੀਕਲੀ ਕੀ ਹੈ ਲਾਈਫ ਦੇ ਵਿੱਚ ਅਸੀਂ ਦੇਖਿਆ ਕਿ ਅਗਰ ਤਾਂ ਯਾਰ ਰੇ ਆਫ ਲਾਈਟ 에ਅਰ ਤੋਂ ਵਾਟਰ ਜਾਂ 에ਅਰ ਟੂ ਕੋਈ ਗਲਾਸ ਜਾਂ 에ਅਰ ਟੂ ਆਇਲ ਅਗਰ ਆਉਂਦੀ ਹੈ, ਤਾਂ ਰੇ ਆਫ ਲਾਈਟ ਕੀ ਹੈ ਨਾਰਮਲ ਦੇ ਵੱਲ ਮੁੜ ਜਾਂਦੀ ਹੈ, ਜਿਵੇਂ ਪਹਿਲੇ ਕੇਸ ਦਿਖਾਇਆ ਸੀ। ਅਗਰ ਕੋਈ ਵਾਟਰ ਟੂ 에ਅਰ ਜਾਂਦੀ ਹੈ ਜਾਂ ਗਲਾਸ ਤੋਂ ਆਪਾਂ 에ਅਰ ਪੜਾਂਗੇ ਤਾਂ ਉਹ ਬੈਂਡ ਹੋ ਜਾਂਦੀ ਅਵੇ ਫਰੋਮ ਦਾ ਨਾਰਮਲ। ਮੈਂ ਫਿਰ ਰਿਪੀਟ ਕਰਦਾ ਵੀ ਕਿਉਂ ਹੁੰਦਾ, ਇਹ ਪੜ੍ਹਨਾ ਹਜੇ ਆਪਾਂ, ਮੈਂ ਸਿਰਫ ਇਹ ਦੱਸ ਰਿਹਾ ਵੀ ਇਹ ਚੀਜ਼ਾਂ ਹੁੰਦੀਆਂ। ਇਹ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੇ ਦੇਖਿਆ ਹੁੰਦਾ, ਜਿਨ੍ਹਾਂ ਨੇ ਨਹੀਂ ਦੇਖਿਆ ਉਹ ਅੱਜ ਪੱਕਾ ਕੀ ਇਹ ਐਕਸਪੈਰੀਮੈਂਟ ਆਪਣੇ ਘਰੇ ਕਰਕੇ ਦੇਖੇ, ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਹੁੰਦਾ ਹੈ। ਕਾਰਨ ਕੀ ਹੁੰਦਾ ਹੈ, ਕਿਉਂ ਇਹ ਚੀਜ਼ ਹੁੰਦੀ ਹੈ, ਇਹੀ ਤਾਂ ਕੰਮ ਫਿਜ਼ਿਕਸ ਦਾ ਹੈ ਵੀ ਨੈਚੁਰਲ ਫਿਨੋਮੀਨਾ ਨੂੰ ਸਟੱਡੀ ਕਰਨਾ, ਉਹ ਆਪਾਂ ਉਹਦੇ ਬਾਰੇ ਕੀ ਗੱਲ ਕਰਾਂਗੇ। ਠੀਕ ਹੈ ਜੀ। ਮੈਂ ਦੁਬਾਰਾ ਫਿਰ ਕਹਿ ਦਿੰਦਾ ਬੱਚੇ, ਜਿਨ੍ਹਾਂ ਨੂੰ ਅੱਜ ਨੈਟਵਰਕ ਦੀ ਇਸ਼ੂ ਆ ਰਿਹਾ ਉਹਦੇ ਲਈ ਮੈਂ ਸੌਰੀ ਮੰਗਦਾ, ਠੀਕ ਹੈ। ਤੇ ਮੈਂ ਤੁਹਾਨੂੰ ਕੀ ਹੈ ਰਿਕਾਰਡਡ ਲੈਕਚਰ ਕੀ ਸੈਂਡ ਕਰ ਦੂੰਗਾ, ਤੁਸੀਂ ਉਹ ਦੇਖ ਸਕਦੇ ਹੋ। ਓਕੇ, ਤਾਂ ਅਸੀਂ ਨਾ ਫਿਰ ਇੱਥੋਂ ਕਨਕਲੂਜਨ ਬਣਾਇਆ। ਅੱਛਾ ਇੱਕ ਚਲੋ ਮੈਂ ਤੁਹਾਨੂੰ ਹੋਰ ਦੱਸਦਾ, ਇੱਕ ਕੇਸ ਅਸੀਂ ਹੋਰ ਕੀਤਾ ਜਿਹਦੇ ਵਿੱਚ ਅਸੀਂ ਕੀ ਕੀਤਾ ਕਿ ਇਹ ਸਾਡੇ ਕੋਲ ਕੋਈ ਕੰਟੇਨਰ ਹੈ ਜਿਹਦੇ ਵਿੱਚ ਵਾਟਰ ਹੈ, ਆ ਵਾਟਰ, ਇਹ ਸਾਡੇ ਕੋਲ ਕੀ ਹੈ ਵਾਟਰ ਹੈ। ਅਸੀਂ ਨਾ ਰੇ ਆਫ ਲਾਈਟ ਜਿਹੜੀ ਅਗਰ ਨਾਰਮਲੀ ਪਾਸ ਕਰਾ ਦਈਏ, ਤੁਸੀਂ ਐਵੇਂ ਕਰਕੇ ਦੇਖ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਊਗਾ ਨਾਰਮਲੀ ਇਦਾਂ, ਮਤਲਬ ਇਹੀ ਤੁਹਾਡੇ ਕੋਲ ਇਨਸੀਡੈਂਟ ਰੇ ਹੈ, ਠੀਕ ਹੈ। ਇਹੀ ਤੁਹਾਡੇ ਕੋਲ ਫਿਰ ਰੀਫ੍ਰੈਕਟਡ ਰੇ ਹੋਊਗੀ, ਇਨਸੀਡੈਂਟ ਰੇ। ਇਹਦੇ ਤੇ ਕੀ ਹੈ ਸੀਬੀਐਸਈ ਚ ਕੁਐਸਚਨ ਵੀ ਆਉਂਦਾ, ਇਨਸੀਡੈਂਟ ਰੇ ਇਹ ਕੀ ਹੈ, ਇਹ ਰੀਫ੍ਰੈਕਟਡ ਰੇ ਹੈ। ਨਾਰਮਲ ਇਨਸੀਡੈਂਟ ਰੇ ਕੀ ਹੈ, ਨਾਰਮਲੀ ਆ ਰਹੀ ਹੈ। ਕਿੱਥੋਂ ਆ ਰਹੀ ਹੈ? 에ਅਰ ਟੂ ਵਾਟਰ। ਤਾਂ ਅਸੀਂ ਬੱਚੇ ਦੇਖਦੇ ਹਾਂ ਵੀ ਕੋਈ ਵੀ ਰਿਫਰੈਕਸ਼ਨ ਨਹੀਂ ਹੁੰਦੀ, ਨੋ ਰਿਫਰੈਕਸ਼ਨ, ਮਤਲਬ ਲਾਈਟ ਆਪਣਾ ਪਾਥ ਚੇਂਜ ਨਹੀਂ ਕਰਦੀ। ਤਾਂ ਕੁਐਸਚਨ ਸਾਨੂੰ ਇਹ ਪੁੱਛਿਆ ਜਾਂਦਾ ਕਿ ਕੋਈ ਕੰਡੀਸ਼ਨ ਇੱਕ ਅਜਿਹੀ ਦੱਸੋ ਜਦੋਂ ਰਿਫਰੈਕਸ਼ਨ ਨਹੀਂ ਹੁੰਦੀ, ਲਾਈਟ ਕੀ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਜਾਵੇ ਬਟ ਰਿਫਰੈਕਸ਼ਨ ਨਾ ਹੋਵੇ, ਲਾਈਟ ਆਪਣਾ ਪਾਥ ਚੇਂਜ ਨਾ ਕਰੇ। ਉਹ ਕੀ ਹੈ? ਉਹ ਹੈਗਾ ਜਦੋਂ ਲਾਈਟ ਅਸੀਂ ਨਾਰਮਲੀ ਫਾਲ ਕਰਦੇ ਹਾਂ। ਕਿਉਂਕਿ ਮੈਂ ਡੈਫੀਨੇਸ਼ਨ 'ਚ ਇੱਕ ਵਰਡ ਲਿਖਿਆ ਸੀਗਾ ਕਿ ਰਿਫਰੈਕਸ਼ਨ ਕਦੋਂ ਹੁੰਦੀ ਹੈ, ਜਦੋਂ ਅਸੀਂ ਓਬਲੀਕਲੀ ਰੇ ਆਫ ਲਾਈਟ ਨੂੰ ਕੀ ਇਨਸੀਡੈਂਟ ਕਰਾਉਣੇ, ਠੀਕ ਹੈ। ਅਗਰ ਤੁਸੀਂ ਇਸ ਸਰਫੇਸ ਦੇ ਪੈਰਲਲ ਇਸ ਤਰੀਕੇ ਨਾਲ ਵੀ ਲਾਈਟ ਨੂੰ ਕੀ ਫਾਲ ਕਰਾਓਗੇ ਤਾਂ ਵੀ ਇਹ ਰੇ ਆਫ ਲਾਈਟ ਦੇ ਵਿੱਚ ਰਿਫਰੈਕਸ਼ਨ ਨਹੀਂ ਆਏ, ਠੀਕ ਹੈ ਜੀ। ਇਹ ਚੀਜ਼ ਦਾ ਧਿਆਨ ਰੱਖੋ। ਹੁਣ ਦੇਖੋ ਤੁਸੀਂ ਘਰੇ ਐਕਸਪੈਰੀਮੈਂਟ ਪਤਾ ਕੀ ਕਰਨਾ, ਗਲਾਸ ਚੱਕਣਾ, ਇੱਕ ਗਲਾਸ ਨੂੰ ਅੱਧਾ ਪਾਣੀ ਦਾ ਭਰ ਲਿਓ, ਠੀਕ ਹੈ। ਓਕੇ, ਫਿਰ ਤੁਹਾਡੇ ਕੋਲ ਇੱਕ ਪੈਨ ਪੈਨਸਲ ਹੋਊਗਾ, ਠੀਕ ਹੈ। ਉਹ ਪੈਨ ਨੂੰ ਤੁਸੀਂ ਕੀ ਹੈ ਓਬਲੀਕਲੀ ਮਤਲਬ ਕਿਸੇ ਐਂਗਲ ਤੇ, ਠੀਕ ਹੈ, ਉਸ ਗਲਾਸ ਦੇ ਵਿੱਚ ਰੱਖ ਦਿਓ, ਠੀਕ ਹੈ ਜੀ। ਏਦਾਂ ਇਨਕਲਾਈਨ ਤੇ ਕਿਸੇ ਨਾ ਕਿਸੇ ਐਂਗਲ ਤੇ ਉਹਨੂੰ ਸਾਈਡ ਤੋਂ ਦੇਖਿਓ, ਤੁਸੀਂ ਦੇਖੋਗੇ ਕਿ ਉਹ ਕੀ ਹੈ, ਤੁਹਾਨੂੰ ਲੱਗੂਗਾ ਬੈਂਡ ਹੋਇਆ ਹੋਇਆ ਆਪਣੀ ਪਾਥ। ਹੁਣ ਦੇਖੋ ਆਪਾਂ ਨੂੰ ਕੋਈ ਚੀਜ਼ ਦਿਖਦੀ ਕਦੋਂ ਹੈ, ਲਾਈਟ ਦੀ ਹੈਲਪ ਨਾਲ ਦਿਖਦੀ ਹੈ ਨਾ। ਜੇ ਸਾਨੂੰ ਟੁੱਟਿਆ ਹੋਇਆ ਦਿਖ ਰਿਹਾ, ਇਹਦਾ ਮਤਲਬ ਜਿਸ ਤਰੀਕੇ ਨਾਲ ਸਾਨੂੰ ਦਿਖ ਰਿਹਾ ਉਸ ਤਰੀਕੇ ਨਾਲ ਹੀ ਲਾਈਟ ਕੀ ਆਪਣੇ ਆਪ ਨੂੰ ਕੀ ਕਰਦੀ ਹੈ, ਬੈਂਡ ਕਰਦੀ ਹੈ, ਤਾਂ ਹੀ ਤਾਂ ਚੀਜ਼ ਸਾਨੂੰ ਵਿਜ਼ੀਬਲ ਹੈ, ਤੁਹਾਨੂੰ ਰਿਫਰੈਕਸ਼ਨ ਤੋਂ ਸਾਨੂੰ ਕੀ ਹੈ ਵਿਜ਼ੀਬਲ ਹੋ ਜਾਵੇ। ਅੱਛਾ ਫਿਰ ਤੁਸੀਂ ਨਾ ਉਹਨੂੰ ਬਿਲਕੁਲ ਏਦਾਂ ਨਾਰਮਲੀ ਪਲੇਸ ਕਰ ਦਿਓ ਉਸ ਵਾਟਰ ਦੇ ਸਰਫੇਸ ਤੋਂ, ਬਿਲਕੁਲ ਨਾਰਮਲੀ। ਤੁਸੀਂ ਦੇਖੋਗੇ ਬਿਲਕੁਲ ਪੈਨ ਤੁਹਾਨੂੰ ਬਿਲਕੁਲ ਕੀ ਹੈ ਸਟ੍ਰੇਟ ਦਿਖਾਈ ਦੇਗਾ, ਕਿਸੇ ਵੀ ਤਰੀਕੇ ਦਾ ਇਹਦੇ ਵਿੱਚ ਬੈਂਡ ਨਹੀਂ ਹੋਗਾ। ਦੈਟ ਮੀਨਸ ਉਸ ਟਾਈਮ ਤੇ ਰਿਫਰੈਕਸ਼ਨ ਨਹੀਂ ਹੋਗੀ, ਠੀਕ ਹੈ ਜੀ। ਕੁਐਸਚਨ ਇਹ ਕਾਫੀ ਇੰਪੋਰਟੈਂਟ ਹੈ ਕਿ ਇੱਕ ਕੰਡੀਸ਼ਨ ਇਹੋ ਜਿਹੀ ਦੱਸੋ ਜਦੋਂ ਰਿਫਰੈਕਸ਼ਨ ਨਹੀਂ ਹੋ ਸਕਦੀ। ਇੱਕ ਤਾਂ ਇਹੀ ਹੈ ਜਦੋਂ ਲਾਈਟ ਅਸੀਂ ਨਾਰਮਲੀ ਪਾਸ ਕਰਾਈਏ, ਦੂਸਰੀ ਵੀ ਕੰਡੀਸ਼ਨ ਹੈਗੀ ਹੈ ਕਿ 에ਅਰ ਟੂ 에ਅਰ ਪਾਸ ਕਰਾ ਦਿਓ ਲਾਈਟ ਨੂੰ, ਵਾਟਰ ਟੂ ਵਾਟਰ ਪਾਸ ਕਰਾ ਦਿਓ, ਗਲਾਸ ਟੂ ਗਲਾਸ ਕਰਾ ਦਿਓ। ਅਗਰ ਮੀਡੀਅਮ ਦੋਨੋਂ ਸੇਮ ਰੱਖਾਂਗੇ ਤਾਂ ਵੀ ਰਿਫਰੈਕਸ਼ਨ ਨਹੀਂ ਹੁੰਦੀ। ਰਿਫਰੈਕਸ਼ਨ ਕਦੋਂ ਹੋਊਗੀ? ਜਦੋਂ ਮੀਡੀਅਮ ਚੇਂਜ ਹੋਊਗਾ, ਠੀਕ ਹੈ।
मैं दोबारा एक बार थोड़ी तुहानू डेफिनेशन दस दिना है। डेफिनेशन की सी कि इट इज़ अ फिनोमिना, इट इज़ अ फिनोमिना, बिल्कुल बेसिक करा रहे हैं बच्चे अज मैं। इट इज़ अ फिनोमिना in which ray of light changes its path when it incident when it passes from one medium, one medium केड़ा हो गया सपोज एयर, टू अनदर मीडियम, अनदर मीडियम मतलब हुण एयर नहीं होना चाहिए, कोई होर मीडियम, ठीक है। सपोज जी मैं वाटर वाली एग्जांपल लेती है, अनदर मीडियम when it passes from one medium to another medium obliquely, obliquely मतलब obliquely ਦਾ मतलब कि आ सरफेस, ए सरफेस तो नॉर्मल, इस नॉर्मल हाँ जी मैं कह रहा सीगा कि आ देखो आ नॉर्मल, सॉरी आ सरफेस दे नाल आ नॉर्मल हो गया, नॉर्मल, ठीक है, आ सरफेस हो गया, ਇਹਦੇ ਵਿਚਕਾਰ अगर कोई भी रे ऑफ लाइट ऐदा पास करा दो, ऐदा दिखा दो, ऐदा दिखा दो, ये जिन्नियां भी रे ऑफ लाइट्स ने सारियां की ने, इन्हां सारियां नूं असीं ओबलीक बोलते हैं, ओबलीकली, ठीक है। मतलब एक अजिहा एंगल जिहड़ा 90 तो घट होवे ते 0 तो की होवे ज़्यादा, ऐदा भी तुसीं इहनूं समझ सकते, ठीक है जी। तो असीं सिर्फ अज रिफ्रैक्शन की डेफिनेशन पढ़ी है ਤੇ ਉਹਦੀ ਮੈਂ ਤੁਹਾਨੂੰ ਜਿਹੜੇ ਡੈਮੋਨਸਟ੍ਰੇਸ਼ਨਸ ਨੇ ਤੁਹਾਨੂੰ ਉਹਦੇ ਬਾਰੇ ਦੱਸਿਆ, ਠੀਕ ਹੈ। ਇਸ ਤੋਂ ਇਲਾਵਾ ਅਸੀਂ ਉਹਦੇ ਵਿੱਚ ਕੀ ਹੈ ਹੋਰ ਕੁਝ ਉਹਦਾ ਕਾਰਨ ਕੀ ਆ। ਸੋ ਨੈਕਸਟ ਕਲਾਸ ਦੇ ਵਿੱਚ ਆਪਾਂ ਇਹ ਵਾਲਾ ਟੌਪਿਕ ਕੀ ਹੈ ਰਿਵਾਈਜ਼ ਕਰ ਲਾਂਗੇ। ਤੁਸੀਂ ਅਗਰ ਤੁਹਾਡੇ ਕੋਈ ਵੀ ਡਾਊਟਸ ਨੇ ਉਹ ਡਾਊਟਸ ਤੁਸੀਂ ਕੀ ਆਪਣੇ ਨੋਟ ਕਰਕੇ ਰੱਖਿਓ, ਠੀਕ ਹੈ ਜੀ। ਤੇ ਉਹ ਡਾਊਟਸ ਵੀ ਮੈਂ ਕਲੀਅਰ ਕਰਵਾ ਦੂੰਗਾ। ਤੇ ਹਜੇ ਤਾਂ मतलब ਆਪਾਂ ਚੈਪਟਰ ਦੇ ਸਟਾਰਟ ਕਰ ਰਹੇ ਦੇ ਵਿੱਚ ਬਹੁਤ ਸਾਰਾ ਕੁਝ ਪੈਂਡਿੰਗ ਹੈ, ਬਹੁਤ ਸਾਰੇ ਕੀ ਰੀਜ਼ਨਸ ਹਜੇ ਪੈਂਡਿੰਗ ਨੇ ਜਿਹੜੇ ਆਪਾਂ ਪੜ੍ਹਨੇ ਆ, ਠੀਕ ਹੈ। ਅੱਜ ਦੇ ਲਈ ਇੰਨੇ ਕਰਾਂਗੇ ਜੀ, ਥੈਂਕ ਯੂ, ਟੇਕ केयर।